ਬਾਰਿਸ਼ ਆਉਣ ਤੋਂ ਬਾਅਦ ਕਿਸਾਨਾਂ ਦੀਆਂ ਛੱਤਾਂ ਚੂਈਆਂ, ਜਾਣੀ ਕਿ ਜੋ ਵੀ ਤਰਪਾਲਾਂ ਦੀਆਂ ਉਹ ਚੂਈਆਂ ਕਿਸਾਨਾਂ ਨੇ। ਉਸ ਤੋਂ ਬਾਅਦ ਸਹਾਰਾ ਲਿਆ ਇਸ ਸ਼ਮਸ਼ਾਨ ਘਾਟ ਦਾ, ਜਿੱਥੇ ਅੰਤਿਮ ਸੰਸਕਾਰ ਹੁੰਦੇ ਨੇ। ਇਸ ਜਗ੍ਹਾ ਦੇ ਉੱਤੇ ਲੋਕਾਂ ਨੂੰ ਅੰਤਿਮ ਸੰਸਕਾਰ ਵੇਲੇ ਲਿਆਂਦਾ ਜਾਂਦਾ ਹੈ। ਸਾਨੂੰ ਜਿਉਂਦਿਆਂ ਨੂੰ ਇੱਥੇ ਬੰਦ ਕੀਤਾ ਪਿਆ। ਸਾਨੂੰ ਸ਼ਮਸ਼ਾਨ ਘਾਟ ਤੋਂ ਉਨਾ ਡਰ ਨਹੀਂ ਲੱਗਦਾ ਜਿੰਨਾ ਮੋਦੀ ਦੇ ਕਾਲੇ ਕਾਨੂੰਨਾਂ ਤੋਂ ਡਰ ਲੱਗਦਾ ਹੈ। ਸ਼ਮਸ਼ਾਨ ਘਾਟ 'ਚੋਂ ਸਾਨੂੰ ਕੋਈ ਡਰ ਨਹੀਂ ਲੱਗਦਾ। ਇੱਕ ਦਿਨ ਸਾਡੇ 2 ਬੱਚੇ ਇੱਥੇ ਡਰ ਵੀ ਗਏ ਸੀ, ਤੁਹਾਨੂੰ ਦੱਸਾਂ। ਹਨੇਰੇ ਹੋਏ ਇੱਥੇ ਇੱਕ ਡੈੱਡ ਬੋਡੀ ਆ ਗਈ, ਉਹਨਾਂ ਨੇ ਚੱਕੇ ਕੰਬਲ, ਭੱਜ ਗਏ ਉਹਦੇ ਟਰਾਲੀਆਂ ਕੰਨੀ। ਸਾਡੀ ਲੀਡਰਸ਼ਿਪ ਨੇ ਜਮਾ ਇਹਨਾਂ ਦੇ ਮੂੰਹੋਂ ਕਹਾਤਾ ਜੀ ਵੀ ਇਹ ਜਿਹੜੇ 3 ਆਰਡੀਨੈਂਸ ਆ ਇਹ ਕਿਸਾਨ ਮਾਰੂਗਾ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਅਸੀਂ ਟਿਕਰੀ ਬਾਰਡਰ ਤੇ ਮੌਜੂਦ ਹਾਂ, ਬਹਾਦਰਗੜ੍ਹ ਟਿਕਰੀ ਬਾਰਡਰ ਤੇ। ਪਿਛਲੇ ਦਿਨਾਂ 'ਚ ਕਿਸਾਨ ਯੂਨੀਅਨਾਂ ਦੇ ਧਰਨੇ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਤੁਸੀਂ ਦੇਖਦੇ ਆ ਰਹੇ ਹੋ। ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਕਿ ਕਿਸਾਨ ਮਜਬੂਰਨ ਸ਼ਮਸ਼ਾਨ ਘਾਟਾਂ 'ਚ ਪੈ ਰਹੇ ਨੇ, ਅੰਤਿਮ ਸੰਸਕਾਰ ਕਰਦੇ ਨੇ ਸ਼ਮਸ਼ਾਨ ਘਾਟਾਂ ਤੋਂ। ਅਸਲ ਵਿੱਚ ਤੁਹਾਨੂੰ ਦੱਸ ਦਈਏ ਕਿ ਹਰ ਬੰਦਾ ਸ਼ਮਸ਼ਾਨ ਘਾਟ ਤੋਂ ਡਰਦਾ ਹੁੰਦਾ। ਡਰ ਲੱਗਦਾ ਉਹਨਾਂ ਨੂੰ ਕਿ ਕਿਤੇ ਨਾ ਕਿਤੇ ਇੱਥੇ ਰਾਤ ਨੂੰ ਨਹੀਂ ਵੜਦੇ, ਦਿਨੇ ਨਹੀਂ ਵੜਦੇ। ਜਦੋਂ ਅੰਤਿਮ ਸੰਸਕਾਰ ਹੁੰਦਾ ਕੋਈ, ਉਦੋਂ ਕੋਈ ਵੀ ਬੰਦਾ ਸ਼ਮਸ਼ਾਨ ਘਾਟ 'ਚ ਪਹੁੰਚਦਾ ਅੰਤਿਮ ਸੰਸਕਾਰ ਕਰਨ ਵਾਸਤੇ। ਤੁਹਾਨੂੰ ਤਸਵੀਰਾਂ ਦਿਖਾਉਣੇ ਆ। ਅਸੀਂ ਬਹਾਦਰਗੜ੍ਹ ਖੜੇ ਆ, ਬਹਾਦਰਗੜ੍ਹ ਸ਼ਮਸ਼ਾਨ ਘਾਟ ਆ, ਜਿੱਥੇ ਤੁਹਾਨੂੰ ਤਸਵੀਰਾਂ ਸਿੱਧੀਆਂ ਦਿਖਾ ਰਿਹਾ ਸ਼ਮਸ਼ਾਨ ਘਾਟ ਦੀਆਂ। ਇੱਥੇ ਅੰਤਿਮ ਸੰਸਕਾਰ ਹੋ ਰਹੇ ਨੇ। ਕੈਮਰਾਮੈਨ ਨੂੰ ਕਹਾਂਗੇ ਕਿ ਜ਼ੂਮ ਕਰਕੇ ਬਿਲਕੁਲ ਦਿਖਾਇਆ ਜਾਵੇ। ਅੰਤਿਮ ਸੰਸਕਾਰ ਚੱਲ ਰਹੇ ਨੇ, ਜਾਨੀ ਕਿ ਬਹਾਦਰਗੜ੍ਹ ਦੀ ਸ਼ਮਸ਼ਾਨ ਘਾਟ ਆ ਇਹ। ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਚੱਲ ਰਹੇ ਨੇ। ਪਰ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ 'ਚ ਬਾਰਿਸ਼ ਆਈ। ਬਾਰਿਸ਼ ਆਉਣ ਤੋਂ ਬਾਅਦ ਕਿਸਾਨਾਂ ਦੀਆਂ ਛੱਤਾਂ ਚੂਈਆਂ, ਜਾਨੀ ਕਿ ਜੋ ਵੀ ਤਰਪਾਲਾਂ ਦੀਆਂ ਉਹ ਚੂਈਆਂ ਕਿਸਾਨਾਂ ਨੇ। ਉਸ ਤੋਂ ਬਾਅਦ ਸਹਾਰਾ ਲਿਆ ਇਸ ਸ਼ਮਸ਼ਾਨ ਘਾਟ ਦਾ, ਜਿੱਥੇ ਅੰਤਿਮ ਸੰਸਕਾਰ ਹੁੰਦੇ ਨੇ। ਸੋ ਇਹ ਸ਼ਮਸ਼ਾਨ ਘਾਟ 'ਚ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਕਿ ਕਿਸਾਨਾਂ ਨੇ ਆਪਣੇ ਬਿਸਤਰੇ, ਆਪਣੇ ਗੱਦੇ ਇੱਥੇ ਲਗਾਏ। ਜ਼ਿਲ੍ਹਾ ਬਠਿੰਡਾ ਦੇ ਮੰਡੀ ਕਲਾਂ ਦੇ ਕਿਸਾਨ ਪਹੁੰਚੇ ਹੋਏ ਨੇ। ਸੋ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਸਿੱਧੀਆਂ। ਬਹਾਦਰਗੜ੍ਹ ਟਿਕਰੀ ਬਾਰਡਰ ਤੇ ਪ੍ਰਦਰਸ਼ਨ ਚੱਲ ਰਹੇ ਨੇ। ਕਿਸਾਨਾਂ ਨੇ ਟਰਾਲੀਆਂ ਤੇ ਤਰਪਾਲਾਂ ਪਾਈਆਂ ਹੋਈਆਂ ਨੇ, ਆਪਣੇ ਘਰ ਬਣਾਏ ਹੋਏ ਨੇ। ਪਰ ਸੌਣ ਕਾਰਨ ਕਿਸਾਨਾਂ ਦੀਆਂ ਤਰਪਾਲਾਂ ਜਦੋਂ ਚੂਣ ਲੱਗੀਆਂ, ਦਿੱਕਤ ਆਈ, ਤਾਂ ਕਿਸਾਨਾਂ ਨੂੰ ਇਸ ਸ਼ਮਸ਼ਾਨ ਘਾਟ ਦਾ ਆਸਰਾ ਲੈਣਾ ਪਿਆ। ਤੁਹਾਨੂੰ ਤਾਜ਼ਾ ਜਾਣਕਾਰੀ ਦਈਏ ਕਿ ਇਹ ਸ਼ਮਸ਼ਾਨ ਘਾਟ 'ਚ ਇੱਕ ਇਲੈਕਟ੍ਰਿਕ ਸ਼ਮਸ਼ਾਨ ਘਾਟ ਆ ਇਹ, ਜਿਹਦੇ ਵਿੱਚ ਅੰਤਿਮ ਸੰਸਕਾਰ ਕੀਤੇ ਜਾਂਦੇ ਨੇ। ਸੋ ਤਸਵੀਰਾਂ ਤੁਸੀਂ ਬਹਾਦਰਗੜ੍ਹ ਸ਼ਮਸ਼ਾਨ ਘਾਟ ਦੀਆਂ ਸਿੱਧੀਆਂ ਦੇਖ ਰਹੇ ਹੋ, ਜਿੱਥੇ ਕਿਸਾਨ ਆਗੂ ਬੈਠੇ ਨੇ, ਗੱਦੇ ਲਾਏ ਹੋਏ ਨੇ। ਤੁਹਾਨੂੰ ਤਸਵੀਰਾਂ 'ਚ ਅਸੀਂ ਦਿਖਾ ਰਹੇ ਹਾਂ। ਕਿਸਾਨ ਆਗੂ ਰਾਤ ਇੱਥੇ ਕੱਟਦੇ ਨੇ, ਪ੍ਰਦਰਸ਼ਨ ਚੱਲ ਰਹੇ ਨੇ। ਖੇਤੀ ਕਾਨੂੰਨ ਰੱਦ ਕਰਵਾਉਣ ਆਏ ਨੇ। ਰੱਦ ਕਰਵਾਉਣ 'ਚ ਪ੍ਰਦਰਸ਼ਨ ਲਗਾਤਾਰ ਜਾਰੀ ਨੇ ਤੇ ਕਿਸਾਨ ਸ਼ਮਸ਼ਾਨ ਘਾਟ ਦਾ ਸਹਾਰਾ ਲੈ ਰਹੇ ਨੇ। ਆਗੂ ਮੌਜੂਦ ਨੇ, ਜ਼ਿਲ੍ਹਾ ਬਠਿੰਡਾ ਤੋਂ ਆਗੂ ਨੇ। ਆਓ ਜੀ, ਤੁਹਾਨੂੰ ਤਾਜ਼ੀਆਂ ਤਸਵੀਰਾਂ ਦਿਖਾ ਰਿਹਾ। ਹਾਂਜੀ, ਕਿੱਥੋਂ ਆਏ ਜੀ? ਦੇ ਬਠਿੰਡਾ ਜ਼ਿਲ੍ਹੇ ਤੋਂ ਆਇਆ ਜੀ। ਪਿੰਡ ਮੇਰਾ ਮੰਡੀ ਕਲਾਂ। ਠੀਕ ਹੈ। ਮੈਨੂੰ ਆਏ ਨੂੰ ਇੱਥੇ 1 ਮਹੀਨਾ ਹੋ ਗਿਆ ਜੀ। ਠੀਕ ਹੈ ਜੀ। ਇੱਥੇ ਬਾਰਿਸ਼ ਵਗੈਰਾ ਹੋਣ ਕਰਕੇ, ਠੰਡ ਦਾ ਜ਼ੋਰ ਹੋਣ ਕਰਕੇ ਸਾਨੂੰ ਸ਼ਮਸ਼ਾਨ ਘਾਟ ਦੇ ਵਿੱਚ ਡੇਰਾ ਲਾਉਣਾ ਪਿਆ। ਠੀਕ ਹੈ ਜੀ। ਇਸ ਜਗ੍ਹਾ ਦੇ ਉੱਤੇ ਲੋਕਾਂ ਨੂੰ ਅੰਤਿਮ ਸੰਸਕਾਰ ਵੇਲੇ ਲਿਆਂਦਾ ਜਾਂਦਾ ਹੈ। ਸਾਨੂੰ ਜਿਉਂਦਿਆਂ ਨੂੰ ਇੱਥੇ ਬੰਦ ਕੀਤਾ ਪਿਆ। ਮਜਬੂਰੀ ਆ ਸਾਡੀ, ਇੱਥੇ ਬੈਠੇ ਹਾਂ ਅਸੀਂ। ਜਾਨੀ ਕਿ ਪ੍ਰਧਾਨ ਜੀ ਇਹੋ ਜਿਹੇ ਹਾਲਾਤ ਆ ਗਏ, ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਤੁਹਾਨੂੰ ਮਜਬੂਰਨ ਸਹਾਰਾ ਲੈਣਾ ਪਿਆ ਸ਼ਮਸ਼ਾਨ ਘਾਟ ਦੇ ਸ਼ੈੱਡ ਦਾ। ਇੱਥੇ ਤੁਸੀਂ ਮੀਂਹ ਤੋਂ ਬਚਣ ਲਈ ਇੱਥੇ ਸੌਂ ਰਹੇ ਹੋ। ਹਾਂ ਜੀ, ਸਾਡੇ ਸੌਣ ਵਾਸਤੇ ਹੋਰ ਕੋਈ ਜਗ੍ਹਾ ਹੈ ਨਹੀਂ ਸੀ ਜੀ। ਬਾਹਰ ਬਾਰਿਸ਼ ਪੈ ਰਹੀ ਸੀ, ਇਸ ਕਰਕੇ ਫਿਰ ਸਾਨੂੰ ਇੱਥੇ ਪੈਣਾ ਪਿਆ ਜੀ। ਠੀਕ ਹੈ। ਹੁਣ ਹਰ ਰੋਜ਼ ਤੁਸੀਂ ਇੱਥੇ ਹੀ ਪੈਂਦੇ ਹੋ? ਅਸੀਂ ਰੋਜ਼ਾਨਾ ਹੁਣ ਇੱਥੇ ਹੀ ਪੈਂਦੇ ਹਾਂ ਜੀ। ਘੱਟੋ ਘੱਟ 150 ਬੰਦਾ ਇੱਥੇ ਹੈਗਾ ਜੀ। ਉਹ ਸਾਰੇ ਬੰਦੇ ਫਿਰ ਉਹਨਾਂ ਦੇ ਵਿੱਚੋਂ ਕੁਛ ਇੱਥੇ ਪੈਂਦੇ, ਕੁਛ ਟਰਾਲੀਆਂ ਦੇ ਵਿੱਚ ਪੈਂਦੇ। ਇਸ ਤਰ੍ਹਾਂ ਅਸੀਂ ਆਪਦਾ ਟਾਈਮ ਪਾਸ ਕਰਦੇ ਹਾਂ ਜੀ। ਠੀਕ ਹੈ ਜੀ। ਪ੍ਰਧਾਨ ਜੀ, ਅਕਸਰ ਸ਼ਮਸ਼ਾਨ ਘਾਟ ਤੋਂ ਜਿੱਥੇ ਅੰਤਿਮ ਸੰਸਕਾਰ ਹੁੰਦੇ ਨੇ, ਲੋਕ ਡਰਦੇ ਹੁੰਦੇ ਨੇ, ਭੈ ਖਾਂਦੇ ਨੇ। ਦਿਨ 'ਚ ਨਹੀਂ ਜਾਂਦੇ, ਰਾਤ ਨੂੰ ਤਾਂ ਜਾਣਾ ਹੀ ਕੀ ਆ। ਅਗਲਾ ਡਰਦਾ ਕਿ ਸ਼ਮਸ਼ਾਨ ਘਾਟ 'ਚ ਨਹੀਂ ਜਾਣਾ ਚਾਹੀਦਾ। ਪਰ ਤੁਹਾਨੂੰ ਡਰ ਨਹੀਂ ਲੱਗਦਾ ਰਾਤ ਨੂੰ ਸ਼ਮਸ਼ਾਨ ਘਾਟ 'ਚ ਤੁਸੀਂ ਸੁੱਤੇ ਪੈਂਦੇ ਹੋ? ਵੇਖੋ ਜੀ, ਸਾਡੀ ਇਹ ਮਜਬੂਰੀ ਹੈ। ਕਿਸੇ ਦਾ ਜੀ ਤਾਂ ਨਹੀਂ ਕਰਦਾ ਵੀ ਸ਼ਮਸ਼ਾਨ ਘਾਟ ਦੇ ਵਿੱਚ ਆਵੇ, ਕਿਉਂ ਬੰਦਾ ਦਿਨੇ ਵੀ ਨਹੀਂ ਆਉਂਦਾ। ਅਸੀਂ ਰਾਤ ਨੂੰ ਇੱਥੇ ਸੌਂਦੇ ਹਾਂ। ਇਹ ਹੈਗੀ ਆ ਸਾਡੀ ਮਜਬੂਰੀ। ਸਾਨੂੰ ਸ਼ਮਸ਼ਾਨ ਘਾਟ ਤੋਂ ਉਨਾ ਡਰ ਨਹੀਂ ਲੱਗਦਾ ਜਿੰਨਾ ਮੋਦੀ ਦੇ ਕਾਲੇ ਕਾਨੂੰਨਾਂ ਤੋਂ ਡਰ ਲੱਗਦਾ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਮੋਦੀ ਸਰਕਾਰ ਇਹਨਾਂ ਕਾਲੇ ਕਾਨੂੰਨਾਂ ਨੂੰ ਬਿਲਕੁਲ ਖਤਮ ਕਰ ਦੇ, ਤਾਂ ਕਿ ਉਹਦੀ ਜਿਹੜੀ ਜਨਤਾ ਹੈ ਉਹ ਸੁਖੀ ਬਸੇ। ਜਿਹੜਾ ਰਾਜਾ ਹੁੰਦਾ, ਰਾਜੇ ਦਾ ਫਰਜ਼ ਇਹ ਬਣਦਾ ਹੁੰਦਾ ਵੀ
ਆ ਕੇ ਦੁੱਖ ਦੇਵੇ। ਸਾਡੇ ਜਿਹੜੇ ਗੁਰੂ ਆ ਉਹ ਵੀ ਇਹ ਕਹਿੰਦੇ ਆ ਵੀ ਜ਼ੁਲਮ ਕਰਨਾ ਬਹੁਤ ਮਾੜੀ ਚੀਜ਼ ਆ, ਜ਼ੁਲਮ ਨਹੀਂ ਕਰਨਾ ਚਾਹੀਦਾ ਤੇ ਜ਼ੁਲਮ ਜੇ ਕੋਈ ਬੰਦਾ ਕਰਦਾ ਤਾਂ ਜ਼ੁਲਮ ਸਹਿਣਾ ਵੀ ਨਹੀਂ ਚਾਹੀਦਾ, ਕਿਉਂਕਿ ਜੇ ਆਪਾਂ ਜ਼ੁਲਮ ਨੂੰ ਜ਼ਿਆਦਾ ਸਹੀ ਜਾਵਾਂਗੇ ਤਾਂ ਫਿਰ ਉਹ ਬੰਦਾ ਜ਼ਿਆਦਾ ਜ਼ੁਲਮ ਕਰਦਾ ਹੈ। ਇਸ ਕਰਕੇ ਜ਼ੁਲਮ ਦੀ ਕੋਈ ਹੱਦ ਹੁੰਦੀ ਹੈ। ਅਸੀਂ ਤਾਂ ਮੋਦੀ ਸਰਕਾਰ ਨੂੰ ਇਹੀ ਕਹਾਂਗੇ ਵੀ ਸਾਨੂੰ ਤੁਸੀਂ ਕਿਉਂ ਪਰਖਣਾ ਚਾਹੁੰਦੇ ਹੋ, ਇਸ ਕਰਕੇ ਤੁਸੀਂ ਇਹਨਾਂ ਕਾਨੂੰਨਾਂ ਨੂੰ ਬਿਲਕੁਲ ਰੱਦ ਕਰ ਦਿਓ ਤਾਂ ਕਿ ਤੁਹਾਡੀ ਜਨਤਾ ਸੁਖੀ ਬਸੇ ਤੇ ਤੁਹਾਡੇ ਗੁਣ ਗਾਵੇ, ਤੁਹਾਨੂੰ ਸੀਸਾਂ ਦੇਵੇ। ਕਿੱਥੇ ਅਸੀਂ ਦੁਖੀ ਮਨ ਨਾਲ ਦਰਸੀਸਾਂ ਦਿੰਦੇ ਹਾਂ ਜਦੋਂ ਅਸੀਂ ਇਹੋ ਜਿਹੀਆਂ ਥਾਵਾਂ ਦੇ ਵਿੱਚ ਪਏ ਹਾਂ, ਆਪਦੇ ਬਾਲ ਬੱਚੇ ਨੂੰ ਛੱਡ ਕੇ ਏਡੀ ਦੂਰ ਬੈਠੇ ਹਾਂ ਜੀ। ਠੀਕ ਹੈ ਪ੍ਰਧਾਨ ਜੀ, ਪਰ ਸਰਕਾਰਾਂ ਕਹਿ ਰਹੀਆਂ ਨੇ, ਕੇਂਦਰ ਸਰਕਾਰ ਕਹਿ ਰਹੀ ਹੈ, ਪ੍ਰਧਾਨ ਮੰਤਰੀ ਮੋਦੀ ਬਾਰ-ਬਾਰ ਕਹਿ ਰਹੇ ਨੇ ਕਿ ਇਹ ਕਾਨੂੰਨ ਕਿਸਾਨਾਂ ਦੇ ਫਾਇਦੇਮੰਦ ਨੇ ਜੀ। ਗੁੰਮਰਾਹ ਹੋਏ ਪਏ ਨੇ ਕਿਸਾਨ ਵੀ ਇਹ ਤਾਂ ਕਿਸਾਨਾਂ ਲਈ ਉਹ ਬਣਾਏ ਨੇ ਤਾਂ ਕਿ ਕਿਸਾਨਾਂ ਦੀ ਆਮਦਨ ਵਧੇ। ਇਹ ਉਹਨਾਂ ਦੇ ਕਹਿਣ ਦੀਆਂ ਗੱਲਾਂ ਜੀ ਸਾਰੀਆਂ। ਇਹ ਜਿਹੜੇ ਵੀ 3 ਆਰਡੀਨੈਂਸ ਜਾਰੀ ਕੀਤੇ ਆ, ਇਹ ਜਿਹੜੇ ਹੈਗੇ ਨਾ ਕਿਸਾਨਾਂ ਪ੍ਰਤੀ ਤਾਂ ਬਹੁਤ ਹੀ ਦੁਖਦਾਈ ਹੈ। ਇਹਦੇ ਨਾਲ ਕਿਸਾਨੀ ਬਿਲਕੁਲ ਖਤਮ ਹੋ ਜਾਣੀ ਹੈ। ਕਿਸਾਨ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਸੱਪਾਂ ਦੇ ਸਿਰਾਂ ਦੇ ਉੱਤੇ ਪੈਰ ਧਰ ਕੇ ਔਖਾ ਸੌਖਾ ਹੋ ਕੇ ਕਿੰਨੀ ਮਿਹਨਤ ਕਰਕੇ ਅਨਾਜ ਪੈਦਾ ਕਰਦਾ ਹੈ। ਇੰਨੇ ਦੁਖੀ ਸੁਖੀ ਕਿਸਾਨ ਨੂੰ ਇਸ ਮੋਦੀ ਸਰਕਾਰ ਨੇ ਸੁੱਖ ਤਾਂ ਕੀ ਦੇਣਾ ਸੀ, ਸੁੱਖ ਦੇਣ ਦੀ ਬਜਾਏ ਦੁੱਖ ਦੇ ਰਹੀ ਹੈ। ਇਹ ਕਹਿ ਰਹੇ ਆ ਵੀ ਇਹ ਜਿਹੜੇ ਆਰਡੀਨੈਂਸ ਹੈ ਤੁਹਾਡੇ ਹੱਕ ਵਿੱਚ ਹੈ, ਪਰ ਇਹ ਸਾਡੇ ਹੱਕ ਵਿੱਚ ਨਹੀਂ, ਸਾਡੇ ਬਿਲਕੁਲ ਵਿਰੁੱਧ ਹੈ। ਇਸ ਕਰਕੇ ਆਉਣ ਵਾਲੇ ਸਾਡੇ ਜਿਹੜੇ ਬੱਚੇ ਆ ਉਹ ਵੀ ਸਾਨੂੰ ਇਹੀ ਕਹਿਣਗੇ ਵੀ ਇਹਨਾਂ ਨੇ ਮੋਦੀ ਸਰਕਾਰ ਤੋਂ ਡਰਦਿਆਂ ਨੇ ਜਿਹੜੇ ਕਾਨੂੰਨ ਆ ਉਹ ਪਾਸ ਕਰਾਤੇ ਤੇ ਸਾਡੇ ਵਾਸਤੇ ਇਹ ਬਹੁਤ ਦੁਖਦਾਈ ਕੰਮ ਕਰਤਾ। ਇਸ ਕਰਕੇ ਅਸੀਂ ਇਹਨਾਂ ਨੂੰ ਰੱਦ ਕਰਾਉਣੀ ਆਏ ਆ ਤੇ ਕਰਾ ਕੇ ਹੀ ਜਾਵਾਂਗੇ, ਭਾਵੇਂ ਸਾਨੂੰ ਕੁਝ ਵੀ ਕਰਨਾ ਪਵੇ, ਚਾਹੇ ਜਿੰਨਾ ਵੀ ਸਮਾਂ ਮਰਜ਼ੀ ਲੱਗ ਜੇ। ਪ੍ਰਧਾਨ ਜੀ ਵੇਖੋ ਜੀ, ਭਾਵੇਂ ਇੱਥੇ ਸਾਲ ਲੱਗੇ 6 ਮਹੀਨੇ ਲੱਗਣ, ਜਿੰਨਾ ਵੀ ਟਾਈਮ ਲੱਗੂਗਾ ਅਸੀਂ ਉਨਾ ਹੀ ਟਾਈਮ ਇੱਥੇ ਜਦੋਜਹਿਦ ਕਰਾਂਗੇ। ਇਹਨਾਂ ਨੂੰ ਜਿੰਨਾ ਚਿਰ ਅਸੀਂ ਵਾਪਸ ਨਹੀਂ ਕਰਾਉਂਦੇ ਉਹਨਾਂ ਚਿਰ ਅਸੀਂ ਵਾਪਸ ਨਹੀਂ ਜਾਵਾਂਗੇ। ਆਖਿਰਕਾਰ ਇਹ 3 ਆਰਡੀਨੈਂਸ ਉਹਨਾਂ ਨੂੰ ਬਿਲਕੁਲ ਖਤਮ ਕਰਨੇ ਹੀ ਪੈਣਗੇ ਤੇ ਉਹਨਾਂ ਨੂੰ ਕਰ ਹੀ ਦੇਣੇ ਚਾਹੀਦੇ ਆ। ਇਸ ਕਰਕੇ ਹੁਣ ਸਾਡੀ ਮਜਬੂਰੀ ਹੈ, ਹੁਣ ਅਸੀਂ ਉਹਨਾਂ ਨੂੰ ਪ੍ਰੇਮ ਨਾਲ ਕਹਿ ਰਹੇ ਹਾਂ ਵੀ ਇਹਨਾਂ ਨੂੰ ਰੱਦ ਕਰ ਦਿਓ ਤੇ ਇਸ ਦੇ ਗੱਲ ਦੇ ਉੱਤੇ ਕਿਸੇ ਮੌਕੇ ਕੋਈ ਲੜਾਈ ਝਗੜਾ ਵੀ ਹੋ ਸਕਦਾ ਹੈ। ਇਸ ਕਰਕੇ ਮੋਦੀ ਸਰਕਾਰ ਨੂੰ ਇਸ ਗੱਲ ਤੋਂ ਬਚਣਾ ਚਾਹੀਦਾ ਹੈ। ਉਹਨਾਂ ਦੀ ਸੋਚ ਚੰਗੀ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਵੀ ਸੁਖੀ ਵਸੀਏ ਤੇ ਉਹ ਵੀ ਸੁਖੀ ਵਸਣ, ਲੋਕ ਉਹਨਾਂ ਨੂੰ ਸੀਸਾਂ ਦੇਣ। ਸੋ ਭਾਰਤੀ ਕਿਸਾਨ ਯੂਨੀਅਨ ਆਗੂ ਨੇ ਜ਼ਿਲ੍ਹਾ ਬਠਿੰਡਾ ਦੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਸਿੱਧੀਆਂ ਸ਼ਮਸ਼ਾਨ ਘਾਟ ਦੀਆਂ। ਪਾਣੀ ਦੀਆਂ ਬੋਤਲਾਂ ਪਈਆਂ ਨੇ, ਆਪਣਾ ਸਮਾਨ ਉੱਥੇ ਰੱਖਿਆ ਹੋਇਆ, ਜਿੱਥੇ ਇਲੈਕਟ੍ਰਿਕ ਸ਼ਮਸ਼ਾਨ ਘਾਟ ਆ ਇੱਥੇ ਜਿੱਥੇ ਸੰਸਕਾਰ ਕੀਤੇ ਜਾਂਦੇ ਨੇ। ਇਹ ਸੈੱਡ ਦਾ ਇਹਨਾਂ ਨੂੰ ਸਹਾਰਾ ਲੈਣਾ ਪਿਆ। ਕਿਸਾਨ ਕਹਿ ਰਹੇ ਨੇ ਕਿ ਕੀ ਕਰੀਏ, ਮਜਬੂਰਨ ਸਾਨੂੰ ਇਹ ਸਹਾਰਾ ਲੈਣਾ ਪੈਂਦਾ ਕਿਉਂਕਿ ਬਾਰਿਸ਼ ਬਹੁਤ ਹੋ ਰਹੀ ਆ ਤੇ ਉਸ ਕਾਰਨ ਸਾਨੂੰ ਇੱਥੇ ਆਉਣਾ ਪਿਆ। ਸੋ ਤੁਹਾਨੂੰ ਤਸਵੀਰਾਂ ਸਿੱਧੀਆਂ ਜ਼ਿਲ੍ਹਾ ਬਠਿੰਡੇ ਦੇ ਆਗੂ ਨੇ ਜਿਹੜੇ ਇੱਥੇ ਸ਼ਮਸ਼ਾਨ ਘਾਟ ਦਾ ਸਹਾਰਾ ਲੈ ਕੇ ਬੈਠੇ ਨੇ। ਸਾਰਾ ਸਮਾਨ ਇੱਥੇ ਆ, ਇਹਨਾਂ ਦੇ ਗੱਦੇ ਲਾਏ ਹੋਏ ਨੇ। ਇਹ ਕਹਿੰਦੇ ਨੇ ਕਿ ਸਾਨੂੰ ਕੋਈ ਡਰ ਨਹੀਂ ਲੱਗਦਾ, ਸਾਨੂੰ ਡਰ ਲੱਗਦਾ ਖੇਤੀ ਕਾਨੂੰਨਾਂ ਤੋਂ। ਖੇਤੀ ਕਾਨੂੰਨ ਦੇਸ਼ ਵਿਰੋਧੀ ਨੇ ਪੂਰੇ ਦੇਸ਼ ਦੇ। ਸੋ ਸਾਡੇ ਨਾਲ ਕਿਸਾਨ ਯੂਨੀਅਨ ਆਗੂ ਮੌਜੂਦ ਨੇ। ਹਾਂਜੀ, ਤੁਸੀਂ ਵੀ ਜ਼ਿਲ੍ਹਾ ਬਠਿੰਡੇ ਤੋਂ ਪਹੁੰਚੇ ਹੋ? ਹਾਂਜੀ, ਜ਼ਿਲ੍ਹਾ ਬਠਿੰਡਾ ਕੱਟ ਲੱਗੇ। ਠੀਕ ਹੈ ਜੀ। ਭਾਰਤੀ ਕਿਸਾਨ ਸਿੱਧੂ ਪ੍ਰਨਾਲਾ ਅਸੀਂ ਨਾਲ ਆਏ। ਠੀਕ ਹੈ ਜੀ, ਠੀਕ ਹੈ। ਬਾਕੀ ਹੁਣ ਤਾਂ ਸਾਰੇ ਜਥੇਬੰਦੀਆਂ ਕੋਈ ਹੈ, ਸਾਰੀ ਆਲ ਇੰਡੀਆ ਦੀ ਕੋਈ ਮਹਾਸੰਘ ਦੇ ਨਾਲ ਹੀ ਹੈ ਸਾਰੀ ਸੰਗਤ ਜਿੰਨੀ ਵੀ ਹੈ। ਠੀਕ ਹੈ ਵੀਰ ਜੀ, ਕਦੋਂ ਤੋਂ ਆਏ ਹੋਏ ਹੋ ਤੁਸੀਂ ਇੱਥੇ? ਅਸੀਂ ਪਿੰਡੋਂ 24 ਨੂੰ ਚੱਲੇ ਸੀਗੇ ਜੀ। ਉਸ ਤੋਂ ਬਾਅਦ 2-3 ਦਿਨ ਨਾਕਿਆਂ ਤੇ ਲੱਗੇ ਤੇ 27 ਨੂੰ ਪਹੁੰਚ ਗਏ ਸੀਗੇ ਜੀ ਇੱਥੇ। ਠੀਕ ਹੈ। ਤੇ ਇਸ ਸ਼ਮਸ਼ਾਨ ਘਾਟ ਦਾ ਸਹਾਰਾ ਕਦੋਂ ਲੈਣਾ ਪਿਆ ਤੁਹਾਨੂੰ? ਜਦੋਂ ਜ਼ਿਆਦਾ ਬਾਰਿਸ਼ ਹੋਣ ਲੱਗੀ ਜੀ, ਉਦੋਂ ਬਾਹਰ ਫਿਰ ਕੋਈ ਉਹ ਨਾ ਰਿਹਾ। ਫਿਰ ਅਸੀਂ ਇੱਥੇ ਜਿਹੜੀ ਕਮੇਟੀ ਹੈ, ਪਹਿਲਾਂ ਤਾਂ ਇੱਥੇ ਪੰਡਤ ਜੀ ਹੈ ਇੱਕ ਜਿਹੜੀ ਇੱਥੇ ਆਪਣੇ ਕਿਰਿਆਕਰਮ ਕਰਦੇ ਆ, ਜੋ ਵੀ ਅੰਤਮਰ ਦਾ ਇਹਨਾਂ ਦੀ ਵੇਲੇ, ਤੇ ਉਹਨੂੰ ਪੁੱਛਿਆ, ਉਹਨੇ ਸਾਨੂੰ ਆਪਣੇ ਪ੍ਰਧਾਨ ਦਾ ਨੰਬਰ ਦਿੱਤਾ। ਅਸੀਂ ਫਿਰ ਉਹ ਕਮੇਟੀ ਨਾਲ ਗੱਲ ਕੀਤੀ, ਉਹਨਾਂ ਨੇ ਵਿਚਾਰਿਆਂ ਨੇ ਇਹ ਜਗ੍ਹਾ ਦਿੱਤੀ ਸਾਨੂੰ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਠੀਕ ਹੈ। ਤੇ ਅਸੀਂ ਪ੍ਰਧਾਨ ਜੀ ਜਦੋਂ ਪਹੁੰਚੇ ਇਹਨੂੰ ਜਿੰਦਾ ਲੱਗਿਆ ਹੋਇਆ ਸੀ। ਹੁਣ ਇਹਨੂੰ ਫਿਰ ਜਿੰਦਾ ਤੁਸੀਂ ਲਾ ਕੇ ਰੱਖਦੇ ਹੋ ਫਿਲਹਾਲ, ਮਤਲਬ ਤੁਹਾਡਾ ਸਮਾਨ ਪਿਆ ਉਸ ਕਰਕੇ? ਹਾਂਜੀ, ਇਹ ਲੋਕ ਸਾਡਾ ਹੁੰਦਾ ਜੀ ਇੱਥੇ ਵੀ ਕੋਈ ਸਮਾਨ ਚੋਰੀ ਚਾਰੀ ਨਾ ਹੋ ਜਾਏ। ਜਦੋਂ ਸਾਡਾ ਇੱਥੇ ਬੰਦਾ ਤਕਰੀਬਨ ਹਾਜ਼ਰ ਹੀ ਹੁੰਦਾ ਜੀ। ਅੱਜ ਸਾਡੇ ਬੰਦੇ ਬਾਹਰ ਭਾਗੇ ਸੀ, ਉਹਦੇ ਟਿਕਰੀ ਬਾਰਡਰ ਤੇ ਚਲੇ ਗਏ, ਉਦੋਂ ਫਿਰ ਲੋਕ ਲਾਉਣਾ ਪੈਂਦਾ ਜੀ। ਨਹੀਂ, ਸਾਡਾ ਬੰਦਾ ਤਕਰੀਬਨ ਇੱਥੇ ਇੱਕ ਤਾਂ ਹਾਜ਼ਰ ਹੁੰਦਾ ਹੀ ਹੁੰਦਾ। ਠੀਕ ਹੈ ਜੀ। ਸਰਕਾਰਾਂ ਨੂੰ ਕੀ ਕਹੋਗੇ? ਮਜਬੂਰਨ ਤੁਹਾਨੂੰ ਦੇਖ ਲਓ ਸ਼ਮਸ਼ਾਨ ਘਾਟ ਦੀ ਯੂਜ਼ਿੰਗ ਕਰਨੀ ਪਈ, ਵਰਤੋਂ ਕਰਨੀ ਪਈ ਬਚਣ ਵਾਸਤੇ ਬਾਰਿਸ਼ ਤੋਂ। ਕੀ ਕਹੋਗੇ? ਸਰਕਾਰਾਂ ਦਾ ਨੀਅਤ ਕੈਸੀ ਆ, ਕਿਵੇਂ ਦੇ ਕੰਮ ਕਰ ਰਹੇ ਨੇ? ਇਹ ਸਰਕਾਰ ਤਾਂ ਹੁਣ ਨਾਂ ਦੀ ਸਰਕਾਰ ਹੈ ਜੀ ਇੱਕ। ਇਹ ਤਾਂ ਬਹੁਤ ਜ਼ਾਲਮ ਲੋਕ ਹੈ ਜਿਹੜੇ ਇਹ ਕੋਈ ਸਰਕਾਰ ਨਹੀਂ। ਲੋਕਤੰਤਰ ਤਾਂ ਇਹਨਾਂ ਨੇ ਖਤਮ ਕਰਤਾ ਬਿਲਕੁਲ ਜੀ। ਇਹ ਅਦਾਨੀ ਅਬਾਨੀ 3 ਬੰਦਿਆਂ ਦੇ ਸਹਾਰੇ ਤੇ ਚੱਲਦੇ ਆ। ਇਹ ਜਿਹੜੇ ਪ੍ਰਧਾਨ ਮੰਤਰੀ ਹੈ ਜੀ, ਉਹਨਾਂ ਨੇ ਸਾਰਾ ਇਹ ਵੱਡੇ ਘਰਾਣਿਆਂ ਨੂੰ ਸੌਂਪਣਾ ਚਾਹੁੰਦੇ ਆ ਸਾਰਾ ਕੁਝ। ਇਹ ਸਰਕਾਰ ਤੋਂ ਲੋਕ ਬਹੁਤ ਜ਼ਿਆਦਾ ਦੁਖੀ ਹੈ।
ਅਸਲ ਵਿੱਚ ਸਰਕਾਰ ਬਾਰ-ਬਾਰ ਕਹਿ ਰਹੀ ਹੈ ਕਿ ਖੇਤੀ ਕਾਨੂੰਨ ਸਹੀ ਨੇ, ਤੁਸੀਂ ਪੂਰੀ ਤਰ੍ਹਾਂ ਸਮਝ ਚੁੱਕੇ ਵੀ ਖੇਤੀ ਕਾਨੂੰਨ ਕਿਸਾਨਾਂ ਦੇ ਵਿਰੋਧੀ ਨੇ, ਵੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਹੋਊਗਾ ਇਸ ਨਾਲ, ਪਰ ਮੋਦੀ ਸਰਕਾਰ ਫੇਰ ਕਹੀ ਜਾਂਦੀ ਵੀ ਕਿਸਾਨਾਂ ਦੇ ਹੱਕ ਦੇ ਨੇ ਗੁੰਮਰਾਹ ਕਰ ਰਹੀ ਆ ਕੇਂਦਰ ਸਰਕਾਰ। ਇਹ ਤਾਂ ਜੀ ਬਿਲਕੁਲ ਲੋਕਾਂ ਨੂੰ ਗਮਰਾਹ ਕਰ ਰਹੇ ਆ। ਸਾਡੀ ਲੀਡਰਸ਼ਿਪ ਜਦੋਂ ਗਈ ਹੈ ਉਹਨਾਂ ਨੂੰ ਟੇਬਲ ਤੇ ਇੱਕ ਵੀ ਜਵਾਬ ਨਹੀਂ ਆਇਆ। 10-10 ਮਿੰਟ ਚੁੱਪ ਬੈਠੇ ਰਹਿੰਦੇ ਸੀ, ਉੱਠ ਕੇ ਅੰਦਰ ਚਲੇ ਜਾਂਦੇ ਸੀ, ਬਾਅਦ ਚ ਆ ਕੇ ਕਹਿੰਦੇ ਸੀ ਇੰਨੀ ਤਰੀਕ ਦੀ ਮੀਟਿੰਗ ਅੱਗੇ ਰੱਖਤੀ। ਸਾਡੀ ਲੀਡਰਸ਼ਿਪ ਨੇ ਜਮਾ ਇਹਨਾਂ ਦੇ ਮੂੰਹੋਂ ਕਹਾਤਾ ਜੀ ਵੀ ਇਹ ਜਿਹੜੇ ਤਿੰਨੇ ਆਰਡੀਨੈਂਸ ਆ ਇਹ ਕਿਸਾਨ ਮਾਰੂ ਆ, ਇਹ ਕੋਈ ਫਾਇਦੇ ਵਾਸਤੇ ਨਹੀਂ, ਇੱਕ ਵੀ ਫਾਇਦਾ ਨਹੀਂ ਇਹਦਾ। ਜਾਨੀ ਕਿ ਹੁਣ ਖੇਤੀ ਕਾਨੂੰਨ ਨੂੰ ਰੱਦ ਕਰਵਾ ਕੇ ਵਾਪਸ ਪਰਤੋਗੇ ਤੁਸੀਂ ਆਪਣੇ ਘਰ? ਸਾਨੂੰ ਭਾਵੇਂ ਸਾਡੀਆਂ ਜੀ ਇੱਥੇ ਜ਼ਿੰਦਗੀਆਂ ਲੱਗ ਜਾਣ, ਅਸੀਂ ਘਰ ਜਾ ਕੇ ਮੂੰਹ ਕੀ ਵਿਖਾਵਾਂਗੇ ਜੇ ਇਹ ਇਹਨਾਂ ਨੇ ਕੈਂਸਲ ਹੀ ਨਾ ਕੀਤੇ। ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਅਸੀਂ ਆਉਣ ਵਾਲੀ ਆਪਣੀ ਪੀੜ੍ਹੀ ਨੂੰ ਕੀ ਦੱਸਾਂਗੇ ਵੀ ਉੱਥੇ 2 ਮਹੀਨੇ ਬਹਿ ਕੇ ਜਾਂ ਮਹੀਨਾ ਬਹਿ ਕੇ ਘਰ ਤੁਰਿਆ ਆਏ ਸਾਡੇ ਬਾਬਾ ਜੀ, ਸਾਡੇ ਪਿਤਾ ਜੀ, ਵੀ ਕਿਉਂ ਆਈ? ਉਹਨਾਂ ਨੂੰ ਅਸੀਂ ਮੂੰਹ ਤਾਂ ਹੀ ਵਿਖਾਵਾਂਗੇ ਜੇ ਇਹਨਾਂ ਨੂੰ ਅਸੀਂ ਰੱਦ ਕਰਾ ਕੇ ਜਾਵਾਂਗੇ। ਠੀਕ ਹੈ, ਸ਼ਮਸ਼ਾਨ ਘਾਟ 'ਚ ਤੁਸੀਂ ਸੌਂ ਰਹੇ ਹੋ, ਡਰ ਤਾਂ ਨਹੀਂ ਲੱਗਦਾ ਜਿਵੇਂ ਹੋਰ ਨੌਜਵਾਨ ਨੇ ਤੇ ਹੋਰ ਕਿੰਨੇ ਤੁਸੀਂ ਇੱਥੇ ਸੌਂਦੇ ਹੋ, ਕੋਈ ਡਰ ਵਗੈਰਾ ਤਾਂ ਨਹੀਂ ਲੱਗਦਾ ਤੁਹਾਨੂੰ ਰਾਤ ਨੂੰ? ਡਰ ਡਰ ਵਾਲੀ ਕੋਈ ਗੱਲ ਨਹੀਂ ਜੀ। ਡਰ ਤਾਂ ਸਾਰਿਆਂ ਨਾਲੋਂ ਵੱਡਾ ਭੂਤ ਆ ਜਿਹੜਾ ਇਸ ਟਾਈਮ, ਉਹ ਤਿੰਨੇ ਆਰਡੀਨੈਂਸ ਹੈ। ਸ਼ਮਸ਼ਾਨ ਘਾਟ 'ਚੋਂ ਸਾਨੂੰ ਕੋਈ ਡਰ ਨਹੀਂ ਲੱਗਦਾ। ਇੱਕ ਦਿਨ ਸਾਡੇ 2 ਬੱਚੇ ਇੱਥੇ ਡਰ ਵੀ ਗਏ ਸੀ, ਤੁਹਾਨੂੰ ਦੱਸਾਂ, ਹਨੇਰੇ ਹੋਏ ਇੱਥੇ ਇੱਕ ਡੈੱਡ ਬੋਡੀ ਆ ਗਈ, ਉਹਨਾਂ ਨੇ ਚੱਕੇ ਕੰਬਲ ਭੱਜ ਗਏ ਉਹਦੇ ਟਰਾਲੀਆਂ ਕੰਨੀ। ਅਸੀਂ ਅਗਲੇ ਦਿਨ ਉਹਨਾਂ ਨੂੰ ਪ੍ਰੇਰ ਕੇ ਲਿਆਂਦਾ, 2 ਦਿਨ ਇੱਥੇ ਬਹਾਏ, ਅਸੀਂ ਆਪ ਨਾਲ ਪਏ, ਤੀਜੇ ਦਿਨ ਉਹ ਵੀ ਡਰ ਨੂੰ ਹਟ ਗਏ। ਠੀਕ ਹੈ, ਕਹਿੰਦੇ ਸਾਨੂੰ ਮੌਤ ਦਾ ਕੋਈ ਡਰ ਨਹੀਂ, ਕੱਲੇ ਆਰਡੀਨੈਂਸਾਂ ਦਾ ਡਰ ਆ। ਬੱਚੇ ਵੀ ਕਹਿੰਦੇ ਮੌਤ ਦਾ ਡਰ ਨਹੀਂ ਸਾਨੂੰ। ਗੱਲ ਹੋਈ ਆ ਵੀਰ ਜੀ ਵੀ ਗੱਲ ਆ ਵੀ ਸ਼ਮਸ਼ਾਨ ਘਾਟ ਤੋਂ ਹਰੇਕ ਬੰਦਾ ਡਰਦਾ ਹੁੰਦਾ, ਦਿਨ 'ਚ ਵੀ ਸ਼ਮਸ਼ਾਨ ਘਾਟ ਨੂੰ ਮੂੰਹ ਨਹੀਂ ਕਰਦਾ, ਰਾਤ ਨੂੰ ਤਾਂ ਕਰਨਾ ਹੀ ਕੀ ਆ, ਪੈਣਾ ਤਾਂ ਬਹੁਤ ਦੂਰ ਦੀ ਗੱਲ ਆ। ਉਹੀ ਗੱਲ ਕਰਦੇ ਆ ਵੀ ਬੱਚੇ ਡਰੇ। ਅੱਛਾ, ਪਰ ਤੁਸੀਂ ਹੁਣ ਸਭ ਤੋਂ ਵੱਡਾ ਡਰ, ਸਭ ਤੋਂ ਵੱਡਾ ਭੂਤ ਖੇਤੀ ਕਾਨੂੰਨਾਂ ਨੂੰ ਕਹਿ ਰਹੇ ਹੋ। ਇਹ ਜਿਹੜੇ ਤਿੰਨੇ ਆਪਣੇ ਕਾਲੇ ਕਾਨੂੰਨ ਹੈ ਜੀ, ਇਦੋਂ ਵੱਡਾ ਕਿਸਾਨ ਵਾਸਤੇ ਕੋਈ ਭੂਤ ਹੀ ਨਹੀਂ। ਸਾਨੂੰ ਤਾਂ ਇਹਨਾਂ ਤੋਂ ਡਰ ਲੱਗਦਾ ਪਿਆ ਨੂੰ ਇੱਥੇ ਸ਼ਮਸ਼ਾਨ ਘਾਟ 'ਚ, ਹੋਰ ਸਾਨੂੰ ਕੋਈ ਡਰ ਨਹੀਂ ਲੱਗਦਾ। ਬੜੀ ਵਧੀਆ ਨੀਂਦ ਆਉਂਦੀ ਹੈ ਜੀ ਸਾਨੂੰ ਤਾਂ ਇੱਥੇ, ਬਹੁਤ ਵਧੀਆ। ਕਿਉਂ? ਕੋਈ ਸ਼ੋਰ ਨਹੀਂ, ਕੋਈ ਹੋਰ ਨਹੀਂ, ਨਾ ਇੱਥੇ ਮੀਂਹ ਦਾ ਡਰ ਆ, ਨਾ ਕੋਈ ਬਾਹਲਾ ਰੌਲਾ ਰੱਪਾ, ਵਧੀਆ ਨੀਂਦ ਆਉਂਦੀ ਹੈ ਜੀ ਇੱਥੇ। ਠੀਕ ਹੈ ਜੀ, ਠੀਕ ਹੈ। ਸੋ ਜ਼ਿਲ੍ਹਾ ਬਠਿੰਡਾ ਦੇ ਕਿਸਾਨ ਆਗੂ ਨੇ, ਭਾਰਤੀ ਕਿਸਾਨ ਯੂਨੀਅਨ ਆਗੂ ਨੇ, ਜਿਨ੍ਹਾਂ ਦਾ ਕਹਿਣਾ ਕਿ ਸ਼ਮਸ਼ਾਨ ਘਾਟ ਤੋਂ ਸਾਨੂੰ ਕੋਈ ਡਰ ਨਹੀਂ ਲੱਗਦਾ, ਜਿਹੜੇ ਭੂਤ ਨੇ ਉਹ ਤਾਂ ਖੇਤੀ ਕਾਨੂੰਨ ਬਣਾਏ ਨੇ ਕੇਂਦਰ ਸਰਕਾਰ ਨੇ, ਉਹ ਭੂਤ ਨੇ, ਉਹਨਾਂ ਨੂੰ ਖਤਮ ਕਰਨਾ ਸੀ, ਉਹ ਭੂਤਾਂ ਤੋਂ ਡਰਦੇ ਹੋ। ਜੇ ਉਹ ਕਾਨੂੰਨ ਲਾਗੂ ਹੁੰਦੇ ਨੇ ਤਾਂ ਵੱਡਾ ਨੁਕਸਾਨ ਹੋਣਾ ਕਿਸਾਨਾਂ ਦਾ। ਸੋ ਸਾਡੇ ਨਾਲ ਬਾਈ ਜੀ ਮੌਜੂਦ ਨੇ। ਬਾਈ ਜੀ, ਕੀ ਨਾਮ ਆ ਆਪਣਾ? ਨਾਮ ਇੰਦਰਜੀਤ ਸਿੰਘ ਹੈ ਜੀ, ਪਿੰਡ ਮੰਡੀ ਕਲਾਂ ਜੀ, ਜ਼ਿਲ੍ਹਾ ਬਠਿੰਡੇ ਤੋਂ ਆਏ ਹਾਂ ਜੀ। ਠੀਕ ਹੈ ਜੀ। ਇੰਦਰਜੀਤ ਜੀ, ਉਰੀ ਸੌਂ ਰਹੇ ਹੋ ਕਈ ਦਿਨ ਤੋਂ? ਹਾਂਜੀ, ਇੱਥੇ ਤਕਰੀਬਨ ਸਾਨੂੰ ਹੋ ਗਏ ਨੇ 20 ਦਿਨ ਸੌਂਦੇ ਨੂੰ ਜੀ। ਸਾਡੇ ਕੋਲ ਪਹਿਲਾਂ ਉਧਰ ਗੈਰਜ ਸੀਗਾ ਜੀ, ਕਿਉਂਕਿ ਸਾਡੇ ਪਿੰਡੋਂ ਸੰਗਤ ਬਹੁਤ ਆਉਂਦੀ ਹੈ ਜੀ, ਕਿਤੇ 100 ਬੰਦਾ, ਕਿਤੇ 150 ਹੋ ਜਾਂਦਾ ਜੀ, ਤਾਂ ਥੋੜੀ ਫਿਰ ਪੈਣ ਦੀ ਪ੍ਰੋਬਲਮ ਸੀਗੀ ਜੀ, ਤੇ ਤਾਂ ਕਰਕੇ ਫਿਰ ਸਾਨੂੰ ਇੱਥੇ ਸੌਣਾ ਪੈਂਦਾ ਜੀ। ਸ਼ਮਸ਼ਾਨ ਘਾਟ 'ਚ ਰਾਤ ਗੁਜ਼ਾਰਨਾ ਮਜਬੂਰੀ ਹੋਈ ਪਈ ਆ ਤੁਹਾਡੀ, ਕੇਂਦਰ ਸਰਕਾਰ ਨੂੰ ਕੀ ਕਹੋਗੇ, ਕੀ ਸੁਝਾਅ ਦੇਵੋਗੇ? ਇਹਦਾ ਸਾਰਿਆਂ ਨੂੰ ਪਤਾ ਜੀ, ਕਿਉਂਕਿ ਇਹਦਾ ਜੀ ਕਰਦੇ ਸ਼ਮਸ਼ਾਨ ਘਾਟ ਪੈਣ ਨੂੰ ਜੀ, ਕਿਉਂਕਿ ਸਾਨੂੰ ਜੇ ਆਪਾਂ ਦਿਨੇ ਵੀ ਜੀ ਸ਼ਮਸ਼ਾਨ ਘਾਟ ਦੇ ਵਿੱਚ ਨਹੀਂ ਜਾਂਦੇ ਜੀ, ਕਿਉਂਕਿ ਹਰੇਕ ਬੰਦਾ ਡਰਦਾ ਜੀ, ਕਿਉਂਕਿ ਜ਼ਾਲਮ ਸਰਕਾਰਾਂ ਦੇ ਸਤਾਏ ਹੋਏ ਜੀ ਲੋਕ ਇੱਥੇ ਬੈਠੇ ਆ ਜੀ। ਤਕਰੀਬਨ ਸਾਨੂੰ ਬੈਠਿਆਂ ਨੂੰ ਜੀ ਮੰਨ ਕੇ ਚਲੋ 2 ਮਹੀਨੇ ਹੁਣ ਨੇੜ ਫੇੜ ਹੋਣ ਵਾਲਾ ਜੀ। ਠੀਕ ਹੈ। ਸੋ ਨੌਜਵਾਨ ਆਗੂਆਂ ਦਾ ਵੀ ਇਹੀ ਕਹਿਣਾ ਕਿ ਸਾਨੂੰ ਕੋਈ ਡਰ ਨਹੀਂ ਲੱਗਦਾ, ਕਿਉਂਕਿ ਸਾਨੂੰ ਡਰ ਲੱਗਦਾ ਸਿਰਫ ਖੇਤੀ ਕਾਨੂੰਨਾਂ ਤੋਂ। ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾਈਆਂ ਨੇ ਬਹਾਦਰਗੜ੍ਹ ਦੀਆਂ। ਇਹ ਬਹਾਦਰਗੜ੍ਹ ਆਪਣਾ ਮੈਟਰੋ ਸਟੇਸ਼ਨ ਦੇ ਬਿਲਕੁਲ ਨਾਲ ਸ਼ਮਸ਼ਾਨ ਘਾਟ ਆ ਬਹਾਦਰਗੜ੍ਹ ਦੀ, ਜਿੱਥੇ ਕਿਸਾਨ ਆਗੂ ਇਲੈਕਟ੍ਰਿਕ ਭੱਠੀ ਵਾਲਾ ਸ਼ੈੱਡ ਆ ਜਿਹੜਾ, ਇੱਥੇ ਸੌਂਦੇ ਨੇ, ਆਪਦਾ ਰਹਿਣ ਬਸੇਰਾ ਇੱਥੇ ਕਰ ਰਹੇ ਨੇ। ਸ਼ਮਸ਼ਾਨ ਘਾਟ 'ਚ ਮਜਬੂਰਨ ਤੁਹਾਨੂੰ ਦਿਖਾ ਦਈਏ ਤਸਵੀਰਾਂ ਸ਼ਮਸ਼ਾਨ ਘਾਟ ਦੀਆਂ ਕਿ ਇੱਥੇ ਅੰਤਿਮ ਸੰਸਕਾਰ ਹੁੰਦੇ ਨੇ। ਹੁਣ ਵੀ ਅੰਤਿਮ ਸੰਸਕਾਰ ਹੋ ਰਿਹਾ, ਪਹੁੰਚੇ ਹੋਏ ਨੇ ਅੰਤਿਮ ਸੰਸਕਾਰ ਅੰਦਰ ਸ਼ਮਸ਼ਾਨ ਘਾਟ 'ਚ ਹੋ ਰਹੇ ਨੇ, ਤੇ ਇੱਧਰ ਇਲੈਕਟ੍ਰਿਕ ਇੱਕ ਪਾਸੇ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਹੋ ਰਹੇ ਨੇ, ਅਤੇ ਦੂਜੇ ਪਾਸੇ ਕਿਸਾਨ ਆਗੂ ਆਪਦਾ ਰਹਿਣ ਬਸੇਰਾ ਕਰ ਰਹੇ ਨੇ। ਪ੍ਰਦਰਸ਼ਨਾਂ ਦੌਰਾਨ ਇੱਕ ਛੱਤ ਦਾ ਸਹਾਰਾ ਲਿਆ, ਉਹ ਵੀ ਸ਼ਮਸ਼ਾਨ ਘਾਟ ਦੀ ਮਤਲਬ ਛੱਤ, ਜੇ ਮਤਲਬ ਮਜਬੂਰਨ ਉਹਨਾਂ ਆਗੂਆਂ ਨੇ ਮਜਬੂਰਨ ਇਹ ਸਹਾਰਾ ਲਿਆ, ਕਿਉਂਕਿ ਬਾਰਿਸ਼ ਹੋਈ, ਬਾਰਿਸ਼ 'ਚ ਪ੍ਰੋਬਲਮ ਆਈ, ਦਿੱਕਤਾਂ ਆਈਆਂ, ਤਾਂ ਉਹਨਾਂ ਇਹ ਸ਼ੈੱਡ ਦਾ ਸਹਾਰਾ ਲਿਆ ਜਿੱਥੇ ਇਲੈਕਟ੍ਰਿਕ ਭੱਠੀ ਲੱਗੀ ਹੋਈ, ਅੰਤਿਮ ਸੰਸਕਾਰ ਹੁੰਦੇ ਨੇ। ਤੁਹਾਨੂੰ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਸਿੱਧੀਆਂ ਦਿਖਾ ਰਿਹਾ ਦਿੱਲੀ ਟਿਕਰੀ ਬਾਰਡਰ ਦੀਆਂ। ਟਿਕਰੀ ਬਾਰਡਰ ਤੇ ਬਹਾਦਰਗੜ੍ਹ ਇਹ ਸ਼ਮਸ਼ਾਨ ਘਾਟ ਆ, ਜਿੱਥੇ ਮਜਬੂਰਨ ਆਪਦਾ ਰਹਿਣ ਬਸੇਰਾ ਕਰ ਰਹੇ ਨੇ। ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਜਿੱਥੇ ਹੁੰਦੇ ਨੇ ਲਗਾਤਾਰ। ਇੱਥੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਡੈੱਡ ਬੋਡੀਆਂ ਦੇ ਤਕਰੀਬਨ ਰੋਜ਼
ਚਾਰ ਪੰਜ ਅੰਤਿਮ ਸੰਸਕਾਰ ਹੁੰਦੇ ਨੇ। ਅੱਜ ਵੀ 2 ਅੰਤਿਮ ਸੰਸਕਾਰ ਪਹਿਲਾਂ ਹੋਏ ਨੇ ਤੇ ਹੁਣ ਅੰਤਿਮ ਸੰਸਕਾਰ ਹੋ ਰਿਹਾ। ਸੋ ਕਿਸਾਨ ਆਗੂ ਇੱਕ ਪਾਸੇ ਬੈਠੇ ਨੇ, ਕਹਿ ਰਹੇ ਨੇ ਕਿ ਸਾਨੂੰ ਹੋਰ ਕਿਸੇ ਭੂਤਾਂ ਤੋਂ ਡਰ ਨਹੀਂ, ਸਾਨੂੰ ਤਾਂ ਖੇਤੀ ਕਾਨੂੰਨ ਬਣਾਏ ਨੇ, ਜੇ ਉਹ ਭੂਤ ਨੇ ਉਹਨਾਂ ਦਾ ਸਾਨੂੰ ਡਰ ਆ ਤੇ ਉਹਨਾਂ ਨੂੰ ਰੱਦ ਕਰਵਾ ਕੇ ਹੀ ਅਸੀਂ ਘਰ ਵਾਪਸ ਪਰਤਾਂਗੇ, ਚਾਹੇ ਜਿੰਨੀਆਂ ਮਰਜ਼ੀ ਕਠਿਨਾਈਆਂ ਆਉਣ ਉਹ ਅਸੀਂ ਸਹਾਂਗੇ, ਪਰ ਖੇਤੀ ਕਾਨੂੰਨ ਰੱਦ ਕਰਵਾ ਕੇ ਰਹਾਂਗੇ। ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ, ਟਿਕਰੀ ਬਾਰਡਰ,